ਜਮਾਤ ਸਾਡੀ ਕਾਲਜ ਦੇ ਵਕਤ ਤੋਂ ਪਹਿਲਾਂ ਲੱਗਦੀ ਸੀ, ਕਿਉਂਕਿ ਜਮਾਤ ਵਿੱਚ ਕੁਝ ਉਹ ਲੋਕ ਵੀ ਪੜ੍ਹਦੇ ਸਨ ਜਿਹੜੇ ਨੌਕਰੀਆਂ ਕਰਦੇ ਸਨ। ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ 9:30 ਵਜੇ ਨੂੰ ਸਾਨੂੰ ਛੁੱਟੀ ਵੀ ਹੋ ਜਾਂਦੀ ਸੀ ਤੇ ਮੈਂ ਘਰ ਨੂੰ ਪਰਤ ਆਉਂਦੀ ਸੀ। ਮੈਂ ਵੀ ਤੇਰੇ ਨਾਲ ਤੇਰੇ ਘਰ ਚੱਲਿਆ ਕਰਾਂ, ਇਕੱਠੇ ਪੜ੍ਹਿਆ ਕਰਾਂਗੇ। ਇੱਕ ਦਿਨ ਮੇਰੀ ਜਮਾਤਨ ਸੁਰਜੀਤ ਨੇ ਮੈਨੂੰ ਪੁੱਛਿਆ ਸੀ। ਠੀਕ ਹੈ, ਮੈਂ ਆਖਿਆ। ਕਾਲਜ ਤੋਂ ਮਗਰੋਂ ਹੁਣ ਸੁਰਜੀਤ ਸਾਰਾ ਦਿਨ ਮੇਰੇ ਨਾਲ ਹੁੰਦੀ ਸੀ, ਜਿਸ ਕਰਕੇ ਮੈਂ ਤੱਕ ਪਹੁੰਚਣੋਂ ਜਿਵੇਂ ਬਚੀ ਰਹਿੰਦੀ। ਸੁਰਜੀਤ ਇੰਨੀ ਸੁਹਿਰਦਮਨ ਲੜਕੀ ਸੀ ਕਿ ਉਸਨੇ ਸਾਰਾ ਦਿਨ ਕੋਲ ਰਹਿ ਕੇ ਵੀ ਕਦੇ ਨਿੱਜੀ ਸਵਾਲ ਨਹੀਂ ਸੀ ਪੁੱਛਿਆ ਤੇ ਹੌਲੀ-ਹੌਲੀ ਮੈਂ ਉਸ ਨਿੱਜ ਤੋਂ ਪਾਰ ਲੰਘਦੀ ਜਾ ਰਹੀ ਸੀ, ਜਿਸ ਦੇ ਕੋਈ ਨਿੱਜੀ ਸਵਾਲ ਸਨ। ਸੁਰਜੀਤ ਨਾਲ ਹਾਸਾ ਮਜ਼ਾਕ ਕਰਦੀ ਹੌਲੀ-ਹੌਲੀ ਮੈਂ ਆਪਣੇ ਆਪ ਨੂੰ ਵੀ ਮਜ਼ਾਕ ਕਰਨ ਜੋਗੀ ਹੋ ਗਈ ਤੇ ਫਿਰ ਜਿਵੇਂ ਮੈਂ ਆਪਣੇ ਆਪ ਤੋਂ ਪਾਰ ਲੰਘ ਆਈ। ਹਰੇਕ ਨੂੰ ਟਿੱਚ ਜਾਣਨਾ, ਹਰੇਕ ਨੂੰ ਮਸ਼ਕਰੀ ਕਰਨੀ, ਗੱਪਾਂ ਮਾਰਨੀਆਂ, ਖੱਪਾਂ ਪਾਣੀਆਂ, ਆਪ ਹੀ ਗੱਲ ਕਰਨੀ ਤੇ ਆਪ ਹੀ ਹੱਸ ਪੈਣਾ। ਇੱਥੋਂ ਤੱਕ ਕਿ ਬੇਜੀ ਨੂੰ ਵੀ ਸਭ ਕੁਝ ਭੁੱਲ ਭੁਲਾ ਕੇ ਹੱਸਣ ਲਾ ਦਿੱਤਾ। ਕਾਲਜ ਤੋਂ ਘਰ ਨੂੰ ਆਉਣ ਲਈ ਟਾਂਗੇ ਵੱਲ ਜਾਂਦੀ ਨੂੰ ਇੱਕ ਦਿਨ ਕਾਲਜ ਦੇ 2-3 ਲੜਕਿਆਂ ਨੇ ਗੱਲ ਕਰਨ ਨੂੰ ਰੋਕਿਆ। ਦੱਸੋ? ਮੈਂ ਉਸੇ ਤਰ੍ਹਾਂ ਉਹਨਾਂ ਨੂੰ ਟਿੱਚ ਸਮਝਦੇ ਮੁਸਕਰਾ ਕੇ ਪੁੱਛਿਆ। ਸਾਨੂੰ ਕਾਲਜ ਦੇ ਮੈਗਜ਼ੀਨ ਲਈ ਕੋਈ ਕਵਿਤਾ ਕਹਾਣੀ ਚਾਹੀਦੀ ਹੈ, ਉਹਨਾਂ ਵਿੱਚੋਂ ਇੱਕ ਚੁਸਤ ਜਿਹੇ ਲੜਕੇ ਨੇ ਆਖਿਆ। ਮੈਂ ਤਾਂ ਕਵਿਤਾ ਕਹਾਣੀ ਕਦੇ ਲਿਖੀ ਨਹੀਂ, ਮੈਂ ਦੱਸਿਆ। ਲਿਖੀ ਨਹੀਂ ਤਾਂ ਲਿਖ ਲਓ। ਦੇਖੋ ਨਾ, ਕਾਲਜ ਦਾ ਮੈਗਜ਼ੀਨ ਹੈ ਤੇ ਕਿਸੇ ਲੜਕੀ ਦੀ। ਠੀਕ ਹੈ, ਲਿਖ ਦਿਆਂਗੀ। ਮੈਂ ਉੱਥੋਂ ਤੁਰਨ ਦੀ ਕਾਹਲੀ ਨਾਲ ਵਿੱਚੋਂ ਹੀ ਗੱਲ ਟੋਕ ਕੇ ਆਖਿਆ। ਕਦੋਂ ਪਤਾ ਕਰੀਏ? ਉਹਨਾਂ ਵਿੱਚੋਂ ਇੱਕ ਨੇ ਪੁੱਛਿਆ। ਮੈਂ ਕੋਈ ਜਵਾਬ ਨਾ ਦਿੱਤਾ ਤੇ ਟਾਂਗੇ ਵੱਲ ਤੁਰਦੀ ਗਈ। ਦੂਸਰੇ-ਤੀਸਰੇ ਦਿਨ ਉਹੀ ਲੜਕੇ ਫਿਰ ਕਵਿਤਾ ਕਹਾਣੀ ਪੁੱਛਣ ਆ ਗਏ। ਸ਼ਾਇਦ ਕੁੜੀਆਂ ਨਾਲ ਗੱਲ ਕਰਨ ਦਾ ਉਹਨਾਂ ਨੂੰ ਵਧੀਆ ਬਹਾਨਾ ਲੱਭ ਗਿਆ ਸੀ। ਘਰ ਜਾ ਕੇ ਮੈਂ ਕਵਿਤਾ ਲਿਖਣ ਦੀ ਕੋਸ਼ਿਸ਼ ਕਰਦੀ ਰਹੀ। ਚਾਨਣ ਦਾ ਸੀ ਰੁੱਖ ਬੀਜਿਆ, ਫੇਰ ਮਾਏ ਨੀ ਮੇਰਾ ਬੱਦਲਾਂ 'ਚ ਘਰ ਪਾ ਦੇ, ਫੇਰ ਜਿੰਦ ਮੇਰੀ ਧੂਫ ਵਾਂਗ ਧੁਖ ਗਈ, ਫੇਰ ਸੂਰਜਾਂ ਦੀ ਜਿੰਦ ਮੇਰੀ, ਪੌਣਾਂ ਦੀ ਜਿੰਦ ਮੇਰੀ, ਪੰਛੀਆਂ ਦੀ ਜਿੰਦ ਮੇਰੀ। ਫੇਰ ਇੱਕ ਲਾਈਨ ਤੋਂ ਮਗਰੋਂ ਦੂਜੀ ਲਈ ਮੈਂ ਆਪ ਹੀ ਆਪਣੇ ਕੋਲੋਂ ਪੁੱਛਦੀ ਫੇਰ, ਤੇ ਕਵਿਤਾ ਨੂੰ ਤੁਰਨ ਲਈ ਅੱਗੋਂ ਜਿਵੇਂ ਕੋਈ ਰਾਹ ਨਾ ਲੱਭਦਾ। ਪਰ ਉਹਨਾਂ ਲੜਕਿਆਂ ਨੇ ਤਾਂ ਕਵਿਤਾ ਕਹਾਣੀ ਪੁੱਛਣ ਫੇਰ ਆ ਜਾਣਾ ਸੀ। ਸਾਡੀ ਕੋਠੀ ਦੇ ਮਗਰ ਇੱਕ ਬੜਾ ਭਾਰੀ ਪਿੱਪਲ ਹੈ, ਉਸ ਉੱਪਰ ਗਿਰ ਜਾ ਬੈਠੀ ਸੀ। ਇਹ ਤਾਂ ਚੰਦਰੀ ਮਾੜੀ ਹੁੰਦੀ ਹੈ, ਉਡਾ ਦੇ, ਬੇਜੀ ਨੇ ਆਖਿਆ ਸੀ। ਉਡਾਣ ਦੀ ਥਾਂ ਬਾਪੂ ਜੀ ਨੇ ਉਹ ਗੋਲੀ ਮਾਰ ਕੇ ਮਾਰ ਦਿੱਤੀ ਸੀ। ਕਿਉਂ ਮਾੜੀ ਹੁੰਦੀ ਹੈ ਗਿਰਜ ਬੇਜੀ? ਮੈਨੂੰ ਸ਼ਾਇਦ ਗਿਰਜ ਤਾਂ ਇਉਂ ਮਾਰਨਾ ਚੰਗਾ ਨਹੀਂ ਸੀ ਲੱਗਿਆ, ਇਸ ਲਈ ਪੁੱਛਿਆ। ਇਹ ਚੰਦਰੀ ਮੁਰਦਾਰ ਭਾਲਦੀ ਹੈ, ਮੌਤ ਦੀ ਨਿਸ਼ਾਨੀ ਹੈ। ਜਿਹੜੇ ਘਰ ਤੇ ਇਹ ਆ ਕੇ ਬਹਿ ਜੇ ਸੁੱਖ ਨਹੀਂ ਰਹਿੰਦਾ। ਸਿਆਣਿਆਂ ਦੀਆਂ ਕਥੀਆਂ ਹੋਈਆਂ ਗੱਲਾਂ ਨੇ, ਬੇਜੀ ਨੇ ਦੱਸਿਆ। ਮੇਰੇ ਜਿਵੇਂ ਹੌਲ ਪੈ ਗਿਆ, ਲੱਗਿਆ ਜਿਵੇਂ ਸਾਡੇ ਘਰ ਉੱਤੇ ਫਿਰ ਮੌਤ ਮੰਡਰਾ ਰਹੀ ਹੈ। ਪਰ ਗਿਰਜ ਤਾਂ ਬਾਪੂ ਜੀ ਨੇ ਮਾਰ ਦਿੱਤੀ ਸੀ। ਉਸ ਦਿਨ ਕਾਲਜ ਦੇ ਮੈਗਜ਼ੀਨ ਲਈ ਮੈਂ ਇੱਕ ਨਿੱਕੀ ਜਿਹੀ ਕਹਾਣੀ ਲਿਖੀ। ਕਹਾਣੀ ਕੀ ਸੀ? ਪਿੱਪਲ ਇੱਕ ਗੱਲ ਸੁਣਾਉਂਦਾ ਹੈ। ਉਹ ਕਹਾਣੀ ਕਾਲਜ ਦੇ ਮੈਗਜ਼ੀਨ ਵਿੱਚ ਛਪ ਗਈ। ਕਈ ਜਣਿਆਂ ਨੇ ਉਸ ਕਹਾਣੀ ਦਾ ਮੇਰੇ ਕੋਲ ਜ਼ਿਕਰ ਕੀਤਾ। ਮੈਂ ਅੱਗੋਂ ਹੱਸ ਛੱਡਦੀ। ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਮੈਨੂੰ ਫੇਰ ਸੱਦਿਆ। ਆਖਣ ਲੱਗੇ, ਤੂੰ ਉਸ ਦਿਨ ਝੂਠ ਬੋਲਿਆ ਸੀ ਨਾ ਕਿ ਤੂੰ ਕੁਝ ਨਹੀਂ ਲਿਖਦੀ। ਦੇਖ ਕਿੱਡੀ ਸੋਹਣੀ ਕਹਾਣੀ ਲਿਖੀ ਹੈ। ਹੋਰ ਜਿਹੜੀਆਂ ਲਿਖੀਆਂ ਨੇ ਉਹ ਵੀ ਲਿਆ ਕੇ ਮੈਨੂੰ ਵਿਖਾਈ। ਹੋਰ ਤਾਂ ਲਿਖੀਆਂ ਹੀ ਨਹੀਂ, ਮੈਂ ਦੱਸਿਆ। ਜੇ ਇਹੋ ਜਿਹੀਆਂ 10-12 ਹੋਰ ਲਿਖਦੇ ਕਿਤਾਬ ਬਣ ਸਕਦੀ ਹੈ ਤੇ ਮੁੱਖ ਬੰਦ ਮੈਂ ਲਿਖ ਦਿਆਂਗਾ। ਮੈਂ 10-12 ਊਟ ਪਟਾਂਗ ਜਿਹੀਆਂ ਕਹਾਣੀਆਂ ਲਿਖ ਦਿੱਤੀਆਂ। ਪ੍ਰਿੰਸੀਪਲ ਸਾਹਿਬ ਨੇ ਭੂਮਿਕਾ ਲਿਖ ਦਿੱਤੀ ਤੇ ਵਜ਼ੀਫੇ ਦੇ ਪੈਸਿਆਂ ਨਾਲ ਕਿਤਾਬ ਛਪ ਗਈ। ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਵਿੱਚ ਬੰਦੇ ਦੀਆਂ ਪ੍ਰਾਪਤੀਆਂ ਨਹੀਂ, ਸਗੋਂ ਸੰਭਾਵਨਾਵਾਂ ਤੱਕ ਦੇਖ ਲੈਣ ਦੀ ਸਮਰੱਥਾ ਸੀ। ਸ਼ਾਇਦ ਇਸੇ ਕਾਰਨ ਉਹਨਾਂ ਨੇ ਜਾਣ ਲਿਆ ਸੀ ਕਿ ਇਸ ਰਾਹ ਤੇ ਇਸ ਨੂੰ ਤੋਰੀ ਰੱਖਣ ਲਈ ਇਸ ਵੇਲੇ ਸਿਰਫ ਸ਼ਾਬਾਸ਼ ਦੀ ਲੋੜ ਹੈ। ਹਰ ਕਹਾਣੀ ਦੀ ਉਹ ਪ੍ਰਸ਼ੰਸਾ ਕਰਕੇ ਮੇਰਾ ਆਪਣੇ ਆਪ ਵਿੱਚ ਭਰੋਸਾ ਜਗਾਉਣ ਦੀ ਕੋਸ਼ਿਸ਼ ਕਰਦੇ ਰਹੇ ਤੇ ਮੈਂ ਉਸ ਦਾਨਸਵਰ ਬਜ਼ੁਰਗ ਦੀ ਹਰ ਗੱਲ ਸੱਚ ਸਮਝ ਕੇ ਪੱਲੇ ਬੰਨ੍ਹਦੀ ਰਹੀ। ਪਰ ਕੁਝ ਚਿਰ ਮਗਰੋਂ ਉਹਨਾਂ ਮਹਿਸੂਸ ਕੀਤਾ, ਇਹਨੂੰ ਇਹਦੀ ਲਿਖਤ ਬਾਰੇ ਸੱਚ ਦਾ ਵੀ ਪਤਾ ਲੱਗ ਜਾਣਾ ਚਾਹੀਦਾ ਹੈ। ਇੱਕ ਕਹਾਣੀ ਸੁਣ ਕੇ ਆਖਣ ਲੱਗੇ, ਇਹ ਕਹਾਣੀ ਤੇਰੀ ਖਾਸ ਨਹੀਂ,
ਪਰ ਮੈਂ ਕਦੋਂ ਇਹ ਮੰਨਣਾ ਸੀ? ਚੰਗੀ ਕਹਾਣੀ ਲਿਖਣਾ ਦਾ ਕੀ? ਮੈਂ ਤਾਂ ਸਮਝਦੀ ਸੀ ਮੈਂ ਅਸਮਾਨ ਨੂੰ ਵੀ ਟਾਕੀ ਲਾ ਸਕਦੀ ਹਾਂ। ਕਹਾਣੀ ਤਾਂ ਚੰਗੀ ਹੈ, ਤੁਹਾਨੂੰ ਸਮਝ ਨਹੀਂ ਲੱਗੀ। ਮੈਂ ਜਦੋਂ ਆਖਿਆ, ਪ੍ਰਿੰਸੀਪਲ ਤੇਜਾ ਸਿੰਘ ਹੱਸ ਪਏ। ਆਖਣ ਲੱਗੇ, ਹੁਣ ਤੂੰ ਸੱਚੀ ਮੁੱਚੀ ਲੇਖਕਾ ਬਣ ਗਈ। ਭਾਵੇਂ ਵਕਤ ਆਪਣੀ ਚਾਲੇ ਤੁਰਦਾ ਜਾ ਰਿਹਾ ਸੀ, ਪਰ ਮੈਨੂੰ ਕਦੇ ਖੜ ਗਿਆ ਪ੍ਰਤੀਤ ਹੁੰਦਾ ਤੇ ਕਦੇ ਨੱਠ ਰਿਹਾ। ਸੁਰਜੀਤ ਆਖਦੀ, ਸਾਰੀਆਂ ਕਿਤਾਬਾਂ ਤੈਨੂੰ ਇਕੱਠੀਆਂ ਖੜ ਦਿੱਤੀਆਂ ਨੇ, ਇਹਨਾਂ ਨੂੰ ਪੜ੍ਹ ਕੇ ਸਵਾਲਾਂ ਦੇ ਜਵਾਬ ਲਿਖ ਦੇ। ਮੈਂ ਕਾਪੀ ਕਰ ਲਵਾਂਗੀ, ਇਮਤਿਹਾਨ ਸਿਰ ਤੇ ਆਉਂਦਾ ਜਾ ਰਿਹਾ ਹੈ। ਸੁਰਜੀਤ ਦਾ ਕਹਿਣਾ ਮੰਨ ਕੇ ਜਿਹੜੇ ਸਵਾਲ ਦਾ ਜਵਾਬ ਉਹ ਆਖਦੀ, ਮੈਂ ਲਿਖ ਦਿੰਦੀ ਤੇ ਇਉਂ ਉਸਨੇ ਮੇਰੇ ਕੋਲੋਂ ਕਾਫੀ ਸਵਾਲਾਂ ਦੇ ਜਵਾਬ ਲਿਖਵਾ ਲਏ ਸਨ। ਇਮਤਿਹਾਨ ਵੇਲੇ ਕਈ ਵਾਰੀ ਆਪਣੀ ਕਾਪੀ ਵਿਖਾ ਕੇ ਮੈਂ ਸੁਰਜੀਤ ਨੂੰ ਪੁੱਛਦੀ, ਇਹ ਮੈਂ ਕੀ ਲਿਖਿਆ ਹੈ, ਕਿਉਂਕਿ ਲਿਖਾਈ ਵਧੀਆ ਨਾ ਹੋਣ ਕਰਕੇ ਕਈ ਥਾਂ ਤੋਂ ਸਮਝ ਨਹੀਂ ਸੀ ਲੱਗਦੀ। ਇਮਤਿਹਾਨ ਹੋ ਗਿਆ। ਪੇਪਰ ਦੇ ਕੇ ਜਦੋਂ ਮੈਂ ਬਾਹਰ ਆਉਂਦੀ, ਸੁਰਜੀਤ ਤੋਂ ਪੁੱਛਦੀ, ਕੀ ਕੀ ਲਿਖ ਕੇ ਆਈ ਹੈ? ਮੈਂ ਸੱਚੋ ਸੱਚ ਦੱਸਦੀ, ਕਾਪੀ ਵਿੱਚ ਲਿਖੇ ਪੁਆਇੰਟ ਤਾਂ ਮੈਨੂੰ ਭੁੱਲ ਹੀ ਗਏ ਸਨ ਤੇ ਉਸ ਨੂੰ ਦੱਸਣ ਵੇਲੇ ਤੱਕ ਇਹ ਵੀ ਭੁੱਲ ਜਾਂਦਾ ਪੇਪਰ ਵਿੱਚ ਕੀ ਲਿਖ ਕੇ ਆਈ ਹਾਂ। ਇਸ ਲਈ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਿਲ ਹੋ ਗਿਆ ਕਿ ਮੇਰੇ ਕਿੰਨੇ ਕੁ ਨੰਬਰ ਆਉਣਗੇ। ਰਿਜ਼ਲਟ ਨਿਕਲਿਆ। ਕਿਸੇ ਨੇ ਦੱਸਿਆ ਮੈਂ ਫਸਟ ਆਈ ਹਾਂ ਤੇ ਨਾਲੇ ਫਸਟ ਕਲਾਸ ਆਈ ਹਾਂ। ਹੋਰ ਫਸਟ ਕਲਾਸ ਕਿਹਦੀ ਆਈ ਹੈ? ਮੈਂ ਸੁਰਜੀਤ ਬਾਰੇ ਸੋਚ ਕੇ ਪੁੱਛਿਆ। ਹੋਰ ਕਿਸੇ ਦੀ ਨਹੀਂ ਆਈ। ਜਿਹੜਾ ਲੜਕਾ ਸੈਕਿੰਡ ਆਇਆ ਉਸ ਦੀ ਵੀ ਸੈਕਿੰਡ ਕਲਾਸ ਹੀ ਹੈ। ਪਰ ਆਪ ਰਿਜ਼ਲਟ ਵਿੱਚ ਦੇਖ ਲੈਣ ਤੱਕ ਮੈਨੂੰ ਲੱਗਦਾ ਰਿਹਾ ਹੋ ਸਕਦਾ ਅਗਲੇ ਨੇ ਨੌ ਠੀਕ ਨਾ ਪੜ੍ਹਿਆ ਹੋਵੇ। ਇੱਕ ਵਾਰੀ ਜਦੋਂ ਬਾਪੂ ਜੀ ਪਿੰਡੋਂ ਆਏ ਤਾਂ ਬੇਜੀ ਨੇ ਬਹੁਤ ਖੁਸ਼ ਹੋ ਕੇ ਬਾਪੂ ਜੀ ਨੂੰ ਦੱਸਿਆ, ਕੁਛ ਖਲਾ ਭਲਾ ਤੇਰੀ ਧੀ ਫਸਟ ਆਈ ਹੈ। ਬਾਪੂ ਜੀ ਗੰਭੀਰ ਮੂੰਹ ਬਣਾ ਕੇ ਆਖਣ ਲੱਗੇ, ਮੈਂ ਤਾਂ ਯੂਨੀਵਰਸਿਟੀ ਨੂੰ ਚਿੱਠੀ ਲਿਖਦਾ ਬਈ ਜ਼ਰੂਰ ਤੁਹਾਡੀ ਗਲਤੀ ਲੱਗੀ ਹੋਣੀ ਹੈ। ਇਸ ਤੋਂ ਇੱਕ ਜਮਾਤ ਅਜੇ ਪੱਕੀ ਨਹੀਂ ਸੀ ਹੁੰਦੀ, ਝੱਟ ਅਗਲੀ 'ਚ ਜਾ ਪਹੁੰਚਦੀ ਸੀ। ਲੈ ਕੇ ਇਸਨੇ ਕੀ ਸਵਾਹ ਹੋਣਾ। ਮੈਂ ਦੇਖੋ 9ਵੀਂ ਜਮਾਤ 3 ਸਾਲ ਪਕਾਈ ਤੇ 10ਵੀਂ ਅਜੇ ਥਾਈਂ ਪਕਾ ਰਿਹਾ। ਨਾਲੇ ਮੈਂ ਪੁੱਛਦਾ, ਜਿਹਦੇ ਬਾਪ ਤੋਂ 10ਵੀਂ ਪਾਸ ਨਹੀਂ ਹੋਈ ਉਹਦੀ ਧੀ ਐਮਏ 'ਚੋਂ ਫਸਟ ਰਹੇ, ਹੋ ਸਕਦਾ ਕਿਤੇ। ਅੱਜ ਹੀ ਲਿਖਦਾ ਯੂਨੀਵਰਸਿਟੀ ਨੂੰ ਚਿੱਠੀ ਬਈ ਭੁੱਲ ਦੀ ਸੋਧ ਕਰੋ। ਬੇਜੀ ਹੱਸ ਪਏ ਤੇ ਮੈਂ ਵੀ ਹੱਸ ਪਈ। ਛੋਟੀ ਭੈਣ, ਤੂੰ ਇੰਨੀਆਂ ਜਮਾਤਾਂ ਕੀ ਕਰਨੀਆਂ ਨੇ? 2-4 ਮੈਨੂੰ ਛੱਡ ਦੇ। ਬਾਪੂ ਜੀ ਨੇ ਜੇਬ ਵਿੱਚੋਂ 100 ਦੇ ਨੋਟ ਕੱਢ ਕੇ ਮੈਨੂੰ ਦੇਣ ਲਈ ਕਹਿੰਦੇ ਆਖਿਆ, ਮੈਂ ਕਾਲਜ 'ਚ ਨੌਕਰੀ ਕਰ ਲੈਂਦੀ ਹਾਂ। ਮੈਂ ਜਦੋਂ ਆਖਿਆ, ਬਾਪੂ ਜੀ ਨੇ ਚੌਂਕ ਕੇ ਮੇਰੀ ਵੱਲ ਵੇਖਿਆ। ਕਿੰਨੀ ਤਨਖਾਹ ਮਿਲੂ? ਉਹਨਾਂ ਪੁੱਛਿਆ। ਪਤਾ ਨਹੀਂ, ਕੁਝ 100 ਤਾਂ ਮਿਲੂਗੀ ਹੀ, ਮੈਂ ਦੱਸਿਆ। ਆਹੋ, ਘੋੜੇ ਦਾ ਖਰਚ ਤੇ ਟਾਂਗੇ ਵਾਲੇ ਦੀ ਤਨਖਾਹ ਦੇ ਕੇ ਚਾਹ ਜੋਗੇ ਪੈਸੇ ਤਾਂ ਬਚ ਹੀ ਰਿਹਾ ਕਰਨਗੇ। ਉਹਨਾਂ ਨੇ ਮਜ਼ਾਕ ਕੀਤਾ ਕਿ ਇੰਨਾ ਕੁ ਖਰਚ ਤਾਂ ਉਸ ਘੋੜੇ ਟਾਂਗੇ ਦਾ ਹੈ ਜਿਸ ਉੱਪਰ ਮੈਂ ਕਾਲਜ ਜਾਂਦੀ ਸੀ ਤੇ ਕਾਲਜ ਤੋਂ ਆਉਂਦੀ ਸੀ। ਘਰ ਬੈਠ ਕੇ ਵੀ ਕੀ ਕਰਾਂਗੀ? ਮੈਂ ਦਲੀਲ ਦੇਣੀ ਚਾਹੀ। ਜਿੰਨੀ ਤੈਨੂੰ ਤਨਖਾਹ ਮਿਲ ਚੱਲੂ ਓਨੇ ਪੈਸੇ ਤੂੰ ਮੇਰੇ ਕੋਲੋਂ ਲੈ ਲਿਆ ਕਰੀਂ। ਪਰ ਮੈਂ ਘਰ ਵਿਹਲੀ ਬੈਠੀ ਕੀ ਕਰਾਂਗੀ? ਮੈਂ ਫੇਰ ਉਹੀ ਗੱਲ ਦੁਹਰਾਈ। ਇਉਂ ਕਰਦੇ ਹਾਂ, ਵਿਹੜੇ 'ਚ ਇੱਕ ਉੱਚਾ ਸਾਰਾ ਬਾਂਸ ਗੱਡ ਦਿੰਦੇ ਹਾਂ। ਚੜ੍ਹ ਗਈ ਉਤਰ ਗਈ, ਚੜ੍ਹ ਗਈ ਉਤਰ ਗਈ, ਉਹਨਾਂ ਨੇ ਮਜ਼ਾਕ ਤੇ ਗੁੱਸੇ ਦੇ ਰਲਵੇਂ ਭਾਵ ਨਾਲ ਆਖਿਆ। ਮੈਂ ਅੱਗੋਂ ਫੇਰ ਕੁਝ ਨਾ ਆਖਿਆ। ਖਾਲਸਾ ਕਾਲਜ ਦਿੱਲੀ ਵਿੱਚ ਪੋਸਟ ਨਿਕਲੀ। ਮੈਂ ਦਿੱਲੀ ਰਹਿੰਦੀ ਸੁਰਜੀਤ ਦੀ ਭੈਣ ਦੇ ਘਰ ਰਹਿ ਕੇ ਇੰਟਰਵਿਊ ਦੇ ਆਈ। ਸਿਲੈਕਟ ਹੋ ਗਈ, ਪਰ ਇਹ ਕੱਚੀ ਨੌਕਰੀ ਸਿਰਫ 3 ਮਹੀਨੇ ਲਈ ਸੀ। ਸੁਰਜੀਤ ਦੀ ਬੜੀ ਚੰਗੀ ਭੈਣ ਨੇ ਕਿਰਾਏ ਤੇ ਘਰ ਲੱਭ ਕੇ ਦਿੱਤਾ। ਨਿੱਕਾ ਜਿਹਾ ਵੀਰਾ ਤੇ ਬੀਬੀ ਮੇਰੇ ਨਾਲ ਗਏ। 3 ਮਹੀਨੇ ਬੜੇ ਸੰਗੇ ਸਰਫੇ ਨਾਲ ਅਸੀਂ ਕੱਟਦੇ ਰਹੇ। ਫਿਰ ਵੀ ਮਕਾਨ ਦੇ ਕਿਰਾਏ ਜੋਗੇ ਪੈਸੇ ਘਰੋਂ ਮੰਗਵਾਉਣੇ ਪੈਂਦੇ ਸਨ। ਛੁੱਟੀਆਂ ਹੋ ਗਈਆਂ, ਘਰ ਵਾਪਸ ਆ ਗਏ। ਵੀਰੇ ਨੂੰ ਬੇਜੀ ਨੇ ਪੁੱਛਿਆ, ਉੱਥੇ ਦੁੱਧ ਚੰਗਾ ਮਿਲ ਜਾਂਦਾ ਸੀ? ਇੱਥੇ ਘਰ ਦੁੱਧ ਬਾਲਟੀ ਵਿੱਚ ਹੁੰਦਾ ਸੀ, ਉੱਥੇ ਅਸੀਂ ਗੜਬੀ ਵਿੱਚ ਲੈਂਦੇ ਸੀ। ਵੀਰੇ ਨੇ ਅੰਦਾਜ਼ਾ ਲਗਾ ਲਿਆ ਸੀ ਅਸੀਂ ਬਹੁਤ ਥੋੜਾ ਦੁੱਧ ਲੈਂਦੇ ਹਾਂ ਤੇ ਆਖਣ ਲੱਗਿਆ, ਬੇਜੀ ਉੱਥੇ ਅਸੀਂ 1 ਪਾਈਆ ਦੁੱਧ ਲੈਂਦੇ ਹੁੰਦੇ ਹਾਂ। ਸਵੇਰੇ ਚਾਹ ਬਣਾ ਲੈਂਦੇ ਹਾਂ, ਆਥਣੇ ਚਾਹ ਬਣਾ ਲੈਂਦੇ ਹਾਂ, ਫਿਰ ਰਾਤ ਨੂੰ ਪੀ ਲੈਂਦੇ ਹਾਂ ਤੇ ਬਾਕੀ ਬਚਦੇ ਦਾ ਦਹੀਂ ਜਮਾ ਦਿੰਦੇ ਹਾਂ। ਸਾਰੇ ਘਰਦਿਆਂ ਨੇ ਮੇਰਾ ਮਜ਼ਾਕ ਬਣਾ ਲਿਆ। ਪ੍ਰੋਫੈਸਰ ਨੀ ਸਾਹਿਬਾ 1 ਪਾਈਆ ਦੁੱਧ ਲੈਂਦੇ ਨੇ। 3 ਮਹੀਨੇ ਮਗਰੋਂ ਫਿਰ ਇੰਟਰਵਿਊ ਤੋਂ ਮਗਰੋਂ ਕਾਲਜ ਦੇ ਪੰਜਾਬੀ ਦੇ ਹੈੱਡ, ਪਾਠ ਪੂਜਾ ਕਰਨ ਵਾਲੇ ਧਾਰਮਿਕ ਬੰਦੇ ਨੇ ਬਾਹਰ ਆ ਕੇ ਝੂਠ ਵੀ ਮੈਨੂੰ ਆਖਿਆ ਕਿ ਕਮੇਟੀ ਦੇ ਮੈਂਬਰ ਤੁਹਾਨੂੰ ਰੱਖਣ ਲਈ ਮੰਨੇ ਨਹੀਂ। ਮੈਂ ਤੇ ਬਹੁਤ ਜ਼ੋਰ ਲਗਾਇਆ ਸੀ।
ਤੇ ਵਿੱਚੋਂ ਆਪਣਾ ਰਿਸ਼ਤੇਦਾਰ ਰਖਵਾ ਲਿਆ, ਜਿਹੜਾ ਪੁਆਇੰਟ ਤੇ ਸੈਕਿੰਡ ਕਲਾਸ ਸੀ। ਗੱਲ ਭਾਵੇਂ ਆਮ ਜਿਹੀ ਸੀ, ਪਰ ਸੱਚ ਪਰਮਾਰਥ ਦੀਆਂ ਗੱਲਾਂ ਕਰਨ ਵਾਲੇ ਝੂਠ ਜਿਉਂਦੇ ਲੋਕਾਂ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ, ਜਿਸ ਕਰਕੇ ਅੱਜ ਤੱਕ ਵੀ ਯਾਦ ਹੈ। ਛੁੱਟੀਆਂ ਵਿੱਚ ਵੱਡੇ ਬੇਜੀ ਪੂਰੇ ਹੋ ਗਏ। ਪੁਰਾਣੀਆਂ ਸਭ ਮੌਤਾਂ ਦੀ ਯਾਦ ਫਿਰ ਤਾਜ਼ਾ ਹੋ ਗਈ। ਅੱਖਾਂ ਸਭ ਦੀਆਂ ਫੇਰ ਭਰ ਡੁੱਲੀਆਂ। ਭੋਗ ਪੈਣ ਤੱਕ ਮੁਕਾਣਾ ਆਉਂਦੀਆਂ ਰਹੀਆਂ। ਕੁਝ ਚਿਰ ਪਿੱਛੋਂ ਤੱਕ ਪੁਚੱਕੇ ਆਉਂਦੇ ਰਹੇ ਤੇ ਫਿਰ ਇਉਂ ਲੱਗਣ ਲੱਗ ਪਿਆ ਜਿਵੇਂ ਵੱਡੇ ਬੇਜੀ ਕਦੇ ਹੈਨ ਹੀ ਨਹੀਂ ਸਨ। ਔਂਤ ਪ੍ਰੇਤ ਤਾਂ ਜਿਹੇ ਜਗਦੇ ਆਏ ਜਿਹੇ ਨਾ ਆਏ, ਉਹਨਾਂ ਦਾ ਮੁੜ ਕੇ ਕਿਹਨੇ ਭੋਗ ਪਾਉਣਾ ਹੁੰਦਾ ਹੈ। ਆਪਣੇ ਨਾਲ ਹੀ ਆਪਣੀਆਂ ਪੈੜਾਂ ਮੇਟ ਗਈ ਵੱਡੀ ਬੇਬੇ। ਬੇਜੀ ਕਦੇ ਕਦੇ ਬਹੁਤ ਉਦਾਸ ਹੋ ਕੇ ਵੱਡੇ ਬੇਜੀ ਦੀਆਂ ਗੱਲਾਂ ਕਰਕੇ ਜਿਵੇਂ ਆਪਣੇ ਆਪ ਦੀਆਂ ਵੀ ਗੱਲਾਂ ਕਰ ਰਹੇ ਹੁੰਦੇ।